Good morning, students. Today we will continue our topic international business environment. So topic is economic environment. Economic environment ਦੇ ਵਿੱਚ ਕੀ ਕੁਛ ਆ ਜਾਂਦਾ ਲਾਈਕ ਇਕਨੋਮਿਕ ਸਿਸਟਮ ਹੋ ਗਿਆ ਨਾ, ਕਿਹੜਾ ਸਿਸਟਮ ਹੈ, ਕੈਪੀਟਲਿਸਟ ਹੈ, ਸੋਸ਼ਲਿਸਟ ਹੈ ਜਾਂ ਫਿਰ ਮਿਕਸਡ ਇਕੋਨਮੀ ਹੈ, ਜਾਂ ਫਿਰ ਆਪਾਂ ਕੀ ਕਹਿ ਸਕਦੇ ਹਾਂ ਵੀ ਇਕਨੋਮਿਕ ਕੰਡੀਸ਼ਨਸ ਕੀ ਚੱਲ ਰਹੀਆਂ ਨੇ, ਇਕਨੋਮਿਕ ਪੋਲਿਸੀਜ਼, ਮੋਨੀਟਰੀ ਪੋਲਿਸੀ, ਫਿਸਕਲ ਪੋਲਿਸੀ, ਇੰਡਸਟਰੀਅਲ ਪੋਲਿਸੀਜ਼, ਇਹਨਾਂ ਸਾਰਿਆਂ 'ਤੇ ਆਪਾਂ ਕੀ ਕਹਿ ਸਕਦੇ ਹਾਂ ਵੀ ਇੱਕ ਐਸਟੀਮੇਸ਼ਨ ਲਗਾਉਣਾ ਆਪਾਂ ਕੀ ਕਰ ਰਹੇ ਹਾਂ ਉੱਥੇ ਬਿਜ਼ਨਸ ਇਨਵਾਇਰਮੈਂਟ ਦੇ ਅੰਦਰ ਸਟੱਡੀ ਕਰ ਰਹੇ ਹਾਂ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਮੈਕਰੋ ਇਨਵਾਇਰਮੈਂਟ। ਮੈਕਰੋ ਅਤੇ ਮਾਈਕਰੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜਦੋਂ ਤੁਸੀਂ ਇੱਕ ਇੰਡਸਟਰੀ ਦੇ ਜਾਂ ਫਿਰ ਇੱਕ ਫਰਮ ਦੇ ਆਊਟਸਾਈਡਰ ਸਟੱਡੀ ਵੀ ਕਰਦੇ ਹੋ, ਆਊਟਸਾਈਡ ਫੈਕਟਰਸ ਨੂੰ ਵੀ ਕੰਸੀਡਰ ਕਰਦੇ ਹੋ, ਤਾਂ ਉਹ ਚੀਜ਼ ਆਪਣੀ ਮਾਈਕਰੋ ਇਨਵਾਇਰਮੈਂਟ। ਬਟ ਜੇ ਤੁਸੀਂ ਵਿਦਨ ਆਰਗੇਨਾਈਜੇਸ਼ਨ ਸਟੱਡੀ ਕਰ ਰਹੇ ਹੋ ਤਾਂ ਉਹ ਕੀ ਹੈ, ਮਾਈਕਰੋ ਇਨਵਾਇਰਮੈਂਟ। ਤਾਂ ਆਊਟਸਾਈਡਰ ਜੇ ਕਿਹੜੇ ਫੈਕਟਰਸ ਹੋ ਸਕਦੇ ਨੇ ਜਿਹੜੀ ਇੱਕ ਫਰਮ ਦੀ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਕੀ ਕਰਦੇ ਨੇ, ਅਫੈਕਟ ਕਰਦੇ ਨੇ। ਤਾਂ ਪਰ ਕੈਪੀਟਲ ਇਨਕਮ ਹੋ ਗਿਆ, ਪਾਪੂਲੇਸ਼ਨ ਦਾ ਸਾਈਜ਼ ਹੋ ਗਿਆ, ਕਿਉਂਕਿ ਪਾਪੂਲੇਸ਼ਨ ਦੇ ਸਾਈਜ਼ 'ਤੇ ਕੀ ਚੀਜ਼ ਡਿਪੈਂਡ ਕਰਦੀ ਹੈ, ਡਿਮਾਂਡ ਆਫ ਦਾ ਪ੍ਰੋਡਕਟ, ਕਿਉਂਕਿ ਇੱਕ ਫਰਮ ਦੀ ਜਿਹੜੀ ਡਿਮਾਂਡ ਆ ਉਹ ਕਿਸ ਚੀਜ਼ 'ਤੇ ਡਿਪੈਂਡ ਕਰਦੀ ਹੈ, ਪਾਪੂਲੇਸ਼ਨ ਦੇ ਸਾਈਜ਼ 'ਤੇ। ਨੈਕਸਟ ਆਪਾਂ ਕਹਿ ਸਕਦੇ ਹਾਂ ਇਕਨੋਮਿਕ ਡਿਵੈਲਪਮੈਂਟ। ਇਕਨੋਮਿਕ ਡਿਵੈਲਪਮੈਂਟ ਆਪਾਂ ਕਿਸ ਤਰ੍ਹਾਂ ਜੱਜ ਕਰ ਸਕਦੇ ਹਾਂ, ਨੈਸ਼ਨਲ ਇਨਕਮ ਕਿੰਨੀ ਹੈ, ਪਰ ਕੈਪੀਟਲ ਕੰਜ਼ੰਪਸ਼ਨ ਕਿੰਨੀ ਹੈ, ਗਰੋਥ ਰੇਟ ਕਿੰਨੇ, ਚੀਜ਼ਾਂ ਨਾਲ ਆਪਾਂ ਕੀ ਕਰ ਸਕਦੇ ਹਾਂ, ਪਰ ਕੈਪੀਟਲ ਇਨਕਮ ਦੇ ਨਾਲ ਆਪਾਂ ਇਕਨੋਮਿਕ ਡਿਵੈਲਪਮੈਂਟ ਵੀ ਜੱਜ ਕਰ ਸਕਦੇ ਹਾਂ। ਉਸ ਤੋਂ ਬਾਅਦ ਉਸ ਇਨਕਮ ਦੇ ਥਰੂ ਕਿਹੜੇ ਜਿਹੜੇ ਆਪਾਂ ਕਹਿ ਸਕਦੇ ਵੀ ਕੰਜ਼ੰਪਸ਼ਨ ਲੈਵਲ ਕਿੰਨਾ ਕੁ ਜ਼ਿਆਦਾ ਇਸ ਪਾਪੂਲੇਸ਼ਨ ਦਾ, ਠੀਕ ਹੈ। ਜਿਹੜੀ ਜ਼ਿਆਦਾ ਐਮਫੇਸਾਈਜ਼ ਹੈ ਉਹ ਕਿਸ ਚੀਜ਼ 'ਤੇ ਕਰਦੀਆਂ ਨੇ, ਫਰਮਸ ਕੰਜ਼ਿਊਮਰ ਗੁੱਡਸ 'ਤੇ ਕਰਦੀਆਂ ਨੇਗੀਆਂ। ਜਾਂ ਆਪਾਂ ਕਹਿ ਸਕਦੇ ਹਾਂਗੇ ਵੀ ਜਿਹੜੀ ਨਸੈਸਿਟੀਜ਼ ਇੱਕ ਕੰਟਰੀ ਜਿਹੜੀ ਨਸੈਸਰੀ ਪ੍ਰੋਡਕਟਸ ਨੇ ਉਹ ਹੋ ਸਕਦਾ ਦੂਜਿਆਂ ਦੇ ਲਈ ਕੀ ਹੋਣ, ਲਗਜ਼ਰੀ ਹੋਣ। ਲਾਈਕ ਡਿਵੈਲਪਡ ਕੰਟਰੀਜ਼ ਨੇ ਉੱਥੇ ਜ਼ਿਆਦਾ ਪ੍ਰੋਡਕਟ ਕਿਹੜੇ ਯੂਜ਼ ਹੁੰਦੇ ਨੇ, ਲਗਜ਼ਰੀ, ਠੀਕ ਹੈ। ਦੈਨ ਆਪਣੇ ਕੋਲ ਕੀ ਹੈ, ਇਕਨੋਮਿਕ ਸਿਸਟਮ। ਇਕਨੋਮਿਕ ਸਿਸਟਮ ਵਿੱਚ ਕੀ ਹੋ ਗਿਆ, ਲਾਈਕ ਆਪਣੀ ਇੰਡੀਅਨ ਇਕਨੋਮੀ ਹੈ ਜਿਹੜੀ, ਇਹਦੇ ਵਿੱਚ ਕਿਹੜਾ ਸਿਸਟਮ ਹੈ, ਕੈਪੀਟਲਿਸਟ, ਕਿਉਂਕਿ ਇੱਥੇ ਪ੍ਰਾਈਵੇਟ ਸੈਕਟਰ ਵੀ ਨੇ ਉਨੇ ਹੀ ਅਤੇ ਪਬਲਿਕ ਵੀ ਨੇ। ਤਾਂ ਆਪਾਂ ਕਹਿ ਨਹੀਂ ਸਕਦੇ ਕੋਈ ਕੈਪੀਟਲਿਸਟ ਸਿਸਟਮ ਹੈ ਜਾਂ ਫਿਰ ਕੋਈ ਸੋਸ਼ਲਿਸਟ ਹੈ, ਇੱਥੇ ਕੀ ਆਪਣਾ ਮਿਕਸਡ ਇਕਨੋਮੀ ਹੈ। ਨੈਕਸਟ ਜਿਹੜੇ ਇੰਡੀਕੇਟਰਸ ਹੋ ਗਏ ਮਾਈਕਰੋ ਲੈਵਲ ਤੋਂ ਹੋ ਗਿਆ ਇਨਫਲੇਸ਼ਨ, ਡਿਫਲੇਸ਼ਨ, ਪ੍ਰੋਡਕਟ ਇੰਡੈਕਸ। ਇਨਫਲੇਸ਼ਨ ਕਿਉਂਕਿ ਜਦੋਂ ਪਰਚੇਜ਼ਿੰਗ ਪਾਵਰ ਲੋਕਾਂ ਦੀ ਕੀ ਹੋ ਜਾਂਦੀ ਹੈ, ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੀ ਹੈ। ਪਰਚੇਜ਼ਿੰਗ ਪਾਵਰ ਇਨਕਰੀਜ਼ ਹੋਣ ਕਰਕੇ ਜਿਹੜੀਆਂ ਗੁੱਡਸ ਐਂਡ ਸਰਵਿਸਿਜ਼ ਦੇ ਪ੍ਰਾਈਸਿਸ ਨੇ ਉਹ ਵੀ ਕੀ ਹੋ ਜਾਂਦੇ ਨੇ, ਇਨਕਰੀਜ਼ ਹੋ ਜਾਂਦੇ ਨੇ। ਇਹ ਆਪਣੇ ਕਿਹੜੇ ਫੈਕਟਰ ਕੀਤੇ ਨੇ, ਮਾਈਕਰੋ ਫੈਕਟਰਸ। ਹੁਣ ਆਪਾਂ ਗੱਲ ਕਰਾਂਗੇ ਮਾਈਕਰੋ ਦੀ। ਮਾਈਕਰੋ ਕੀ ਹੋ ਸਕਦਾ, ਪ੍ਰੋਡਕਟ ਦੀ ਡਿਮਾਂਡ ਕਿੰਨੀ ਹੈ, ਕੰਪੀਟੀਸ਼ਨ ਐਨਾਲਿਸਿਸ ਕਿ ਕੌਣ ਕੰਪੀਟੀਟਰਸ ਨੇ, ਕੀ ਸਟ੍ਰੈਟੇਜੀਜ਼ ਨੇ, ਕੀ ਸਟਰੈਂਥ ਵੀਕਨੈਸ ਨੇ, ਕੀ ਅਪੋਰਚੁਨਿਟੀਜ਼ ਨੇ ਮਾਰਕੀਟ ਦੇ ਵਿੱਚ, ਕੀ ਥ੍ਰੈਟਸ ਨੇ ਨਾ, ਸਵੋਟ ਐਨਾਲਿਸਿਸ। ਇਹ ਸਾਰਾ ਕਿਸ ਦੇ ਅੰਦਰ ਆ ਜਾਂਦਾ ਇੱਕ ਮਾਈਕਰੋ ਇਨਵਾਇਰਮੈਂਟ ਦੇ, ਕਿਉਂਕਿ ਇੱਕ ਵਿਦਿਨ ਆਪਾਂ ਫਾਰਮ ਕੀ ਕਰ ਰਹੇ ਹਾਂ, ਫੈਕਟਰਸ ਦੀ ਸਟੱਡੀ ਕਰ ਰਹੇ ਹਾਂ। ਨੈਕਸਟ ਆਪਣੇ ਕੋਲ ਕੀ ਹੈ, ਐਨਾਲਿਸਿਸ ਆਫ ਇਕਨੋਮਿਕ ਇਨਵਾਇਰਮੈਂਟ। ਫਸਟ ਆਪਣੇ ਕੋਲ ਕੀ ਹੈ, ਕਾਸਟ ਬੈਨੀਫਿਟ ਐਨਾਲਿਸਿਸ। ਕਾਸਟ ਬੈਨੀਫਿਟ ਐਨਾਲਿਸਿਸ ਆਪਾਂ ਕਿਸ ਚੀਜ਼ ਲਈ ਕਰਦੇ ਹਾਂ, ਕਾਸਟ is equal to benefit or cost is greater than benefit or cost is less than benefit। ਤਾਂ ਆਪਾਂ ਇਹ ਚੀਜ਼ ਜਿਹੜੀ ਸਟੱਡੀ ਹੈ ਉਹ ਆਪਣੇ ਕੰਪੀਟੀਟਰ ਨੂੰ ਦੇਖ ਕੇ ਕਰਦੇ ਵੀ ਜੋ ਆਪਣਾ ਪ੍ਰੋਡਕਟ ਬਣਾ ਰਹੇ ਆ ਉਸ ਦੀ ਕਾਸਟ ਆਪਾਂ ਨੂੰ ਜ਼ਿਆਦਾ ਹੈ ਜਾਂ ਫਿਰ ਉਸ ਚੀਜ਼ ਦਾ ਬੈਨੀਫਿਟ ਜ਼ਿਆਦਾ, ਆਪਣਾ ਕੰਪੀਟੀਟਰ ਕਿੰਨੀ ਕਾਸਟ ਕਰਕੇ ਕਿੰਨਾ ਬੈਨੀਫਿਟ ਕਮਾ ਰਿਹਾ। ਤਾਂ ਇਹ ਚੀਜ਼ ਇੱਕ ਇਕਨੋਮਿਕ ਇਨਵਾਇਰਮੈਂਟ ਹੈ। ਨੈਕਸਟ ਆਪਣੇ ਕੋਲ ਹੈਗਾ ਰਿਸਕ ਰਿਵਾਰਡ। ਲਾਈਕ ਵੈਂਚਰ ਕੈਪੀਟਲਸ ਹੁੰਦੇ ਨੇ ਉਹਨਾਂ ਦੇ ਵਿੱਚ ਕੀ, ਜਿੰਨਾ ਤੁਸੀਂ ਰਿਸਕ ਉਠਾਓਗੇ ਉਨਾ ਜ਼ਿਆਦਾ ਤੁਹਾਨੂੰ ਕੀ ਹੋਣਗੇ, ਪ੍ਰੋਫਿਟਸ ਹੋਣਗੇ। ਤਾਂ ਆਪਾਂ ਕੀ ਕਹਿ ਸਕਦੇ ਹਾਂ, ਰਿਸਕ ਰਿਵਾਰਡ ਐਨਾਲਿਸਿਸ ਇਟ ਸਟੱਡੀ ਦਾ ਇੰਪੈਕਟ ਆਫ ਵੈਰੀਅਸ ਇਨਵਾਇਰਮੈਂਟ ਫੈਕਟਰਸ ਔਨ ਦਾ ਮਾਰਕੀਟਿੰਗ ਮਿਕਸ। ਮਾਰਕੀਟਿੰਗ ਮਿਕਸ ਮੀਨਸ ਪ੍ਰੋਡਕਟ, ਪ੍ਰਾਈਸ, ਪਲੇਸ, ਪ੍ਰਮੋਸ਼ਨ, ਫਿਜ਼ੀਕਲ ਐਵੀਡੈਂਸ ਹੋ ਗਿਆ। It examines how political, legal, socio-cultural and technological factors affect the product and market in the international business environment। ਕਿ ਸਾਰੇ ਫੈਕਟਰਸ ਜਿਹੜੇ ਉਹ ਕਿਵੇਂ ਇੰਪੈਕਟ ਕਰਦੇ ਨੇ ਜਾਂ ਫਿਰ ਕਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਇਨਕਰੀਜ਼ ਡਿਕਰੀਜ਼ ਕਰਦੇ ਨੇ ਆਪਣੇ ਪ੍ਰੋਡਕਟ ਦੇ ਪ੍ਰਾਈਸਿਸ ਨੂੰ ਜਾਂ ਫਿਰ ਕੁਆਲਿਟੀਜ਼ ਨੂੰ। ਤਾਂ ਇਹ ਸਾਰੇ ਆਪਣੇ ਕਿਸੇ ਇਕਨੋਮਿਕ ਇਨਵਾਇਰਮੈਂਟ ਮਾਈਕਰੋ ਅਤੇ ਮਾਈਕਰੋ। ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਸੋਸ਼ੀਓ ਕਲਚਰ। ਸੋਸ਼ੀਓ ਕਲਚਰ ਮੀਨਸ ਆਪਾਂ ਸੁਸਾਇਟੀ ਦੇ ਪੁਆਇੰਟ ਵੀ ਫੈਕਟਰਸ ਕਰਾਂਗੇ। ਤਾਂ ਸੁਸਾਇਟੀ ਦੇ ਪੁਆਇੰਟ ਵੀ ਫਸਟ ਦੇਖੋ ਕੀ ਹੋ ਗਿਆ, ਪ੍ਰਿਸਕ੍ਰਿਪਟਿਵ ਕਲਚਰ ਜਿਹੜਾ ਉਹ ਕੀ ਇੱਕ ਪ੍ਰਿਸਕ੍ਰਿਪਟਿਵ ਹੈ, ਕੀ ਕਹਿ ਸਕਦੇ ਹਾਂ ਵੀ ਇਹ ਕੋ ਕਾਇੰਡ ਆਫ ਬਿਹੇਵੀਅਰ ਜਿਹੜੀ ਇੱਕ ਸੋਸਾਇਟੀ ਅਸੈਪਟ ਕਰਦੀ। ਆਪਾਂ ਨੂੰ ਪਤਾ ਵੀ ਹਰ ਇੱਕ ਦਾ ਨਾ ਕਾਸਟ, ਰਿਲੀਜਨ, ਕਲਚਰ ਉਹ ਕਿੰਨੇ ਡਿਫਰੈਂਟ ਸੋਸਾਇਟੀ ਦੇ ਵਿੱਚ। ਤਾਂ ਇੱਥੇ ਕਿਤੇ ਨਾ ਕਿਤੇ ਕੀ ਹੈ, ਥੋੜ੍ਹਾ ਜਿਹਾ ਵੀ ਕੰਜ਼ਿਊਮਰ ਦਾ ਡਿਸੀਜ਼ਨ ਜਿਹੜਾ ਉਹ ਕੰਪਲੀਕੇਟ ਹੋ ਜਾਂਦਾ। ਨੈਕਸਟ ਆਪਣੇ ਕੋਲ ਕੀ ਹੈ, ਸੋਸ਼ਲ ਇੰਟਰੈਕਸ਼ਨ ਐਂਡ ਕ੍ਰੀਏਸ਼ਨ। ਸੋਸ਼ਲ ਇੰਟਰੈਕਸ਼ਨ ਅਤੇ ਕ੍ਰੀਏਸ਼ਨ 'ਤੇ ਵੀ ਜਿਹੜੀ ਪ੍ਰੋਡਕਟ ਦੀ ਆਪਾਂ ਕਹਿ ਸਕਦੇ ਹਾਂ ਵੀ ਡਿਪੈਂਡ ਕਰਦਾ। ਆਊਟ ਆਫ ਨੈਸੈਸਿਟੀ ਕਲਚਰ ਹੈਜ਼ ਟੂ ਬੀ ਸੋਸ਼ਲੀ ਸ਼ੇਅਰਡ, ਇਟ ਕੈਨ ਨਾਟ ਐਗਜ਼ਿਟ ਬਾਈ ਇਟ ਸੈਲਫ ਐਂਡ ਇਟ ਹੈਜ਼ ਟੂ ਬੇਸਡ ਔਨ ਸੋਸ਼ਲ ਇੰਟਰੈਕਸ਼ਨ। ਇਹ ਵੀ ਨਹੀਂ ਵੀ ਸਿਰਫ ਇੱਕ ਕਲਚਰ ਨੂੰ ਹੈ ਨਾ ਕੋਈ ਹੋਰ ਸੁਸਾਇਟੀ ਦੇ ਜਿਹੜੇ ਲੋਕ ਰਹਿ ਰਹੇ ਨੇ, ਠੀਕ ਹੈ, ਜੇ ਆਪਾਂ ਕਹਿ ਸਕਦੇ ਵੀ ਪਬਲਿਕ ਐਟ ਲਾਰਜ ਅਸੈਪਟ ਨਹੀਂ ਕਰ ਰਹੇ, ਤਾਂ ਜਿਹੜਾ ਆਪਣਾ ਕਲਚਰ ਉਹ ਕੀ ਹੋਣਾ ਚਾਹੀਦਾ, ਸੋਸ਼ਲ ਪ੍ਰੋਸਪੈਕਟਿਵ ਹੈ ਜਿਹੜੇ ਇੱਕ ਫਾਰਮ ਦਾ, ਇੱਕ ਇੰਡਸਟਰੀ ਜਿਹੜੇ ਆਪਾਂ ਕਹਿ ਸਕਦੇ ਵੀ ਲੈਂਗੁਏਜ ਹੋ ਗਿਆ, ਕਾਸਟ ਹੋ ਗਿਆ, ਇਹ ਸਾਰੀ ਚੀਜ਼ਾਂ ਕੀ ਨੇਗੀਆਂ, ਸੋਸ਼ਲ ਇੰਟਰੈਕਟਿਵ ਹੋਣੇ ਚਾਹੀਦੇ ਨੇ, ਕਮਿਊਨੀਕੇਸ਼ਨ ਹੋਣਾ ਚਾਹੀਦਾ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਹੈਗਾ ਸਬਜੈਕਟਿਵ। ਸਬਜੈਕਟਿਵਿਟੀ ਕੀ ਹੁੰਦੀ ਵੀ ਜਦੋਂ ਆਪਾਂ ਕਹਿ ਸਕਦੇ ਹਾਂ ਵੀ ਬਾਇਸਨੈਸ ਹੋ ਜਾਂਦੀ ਹੈ ਨਾ, ਡਿਫਰੈਂਟ ਆਈਡੀਆਜ਼, ਹਰ ਇੱਕ ਜਿਹੜਾ ਆਪਣੇ ਪੁਆਇੰਟ ਨੂੰ ਕੀ ਕਰਨਾ, ਆਪਾਂ ਕਹਿ ਸਕਦੇ ਵੀ ਸਿਰਫ ਆਪਣੇ ਪੁਆਇੰਟ ਨੂੰ ਹੀ ਕੰਸੀਡਰ ਕਰਨਾ, ਉੱਥੇ ਕਿਤੇ ਨਾ ਕਿਤੇ ਕੀ ਹੋ ਜਾਂਦੀ ਹੈ, ਬਾਇਸਨੈਸ ਕ੍ਰੀਏਟ ਹੋ ਜਾਂਦੀ ਹੈ, ਰਿਜ਼ਲਟ ਕਿਤੇ ਨਾ ਕਿਤੇ ਕੀ ਹੋ ਜਾਂਦੇ, ਇਨਐਡਿਕੁਏਟ ਆ ਜਾਂਦੇ ਨੇ। ਨੈਕਸਟ ਆਪਣੇ ਕੋਲ ਹੈਗਾ ਸਟੇਬਲ ਐਂਡ ਪਰਮਾਨੈਂਟ। ਜਿਹੜਾ ਕਲਚਰ ਆ ਉਹ ਸਟੇਬਲ ਵੀ ਹੋ ਸਕਦਾ ਅਤੇ ਕਈ ਵਾਰ ਉਹ ਕੀ ਹੁੰਦਾ ਅਕੋਰਡਿੰਗ ਟੂ ਸਰਕਮਸਟਾਂਸਿਸ ਜਾਂ ਕੰਡੀਸ਼ਨਸ ਚੇਂਜ ਵੀ ਹੋ ਸਕਦਾ।
ਤਾਂ ਸੋਸ਼ੋ ਕਲਚਰ ਇਨਵਾਇਰਮੈਂਟ ਦੇ ਕੀ ਕੰਪੋਨੈਂਟਸ ਹੋ ਸਕਦੇ ਨੇ, ਸੁਸਾਇਟੀ 'ਤੇ ਕੀ ਇੰਪੈਕਟ ਹੁੰਦੇ, ਲੈਂਗੁਏਜ ਦਾ ਹੋ ਸਕਦਾ, ਕਸਟਮਸ ਕੀ ਹੁੰਦੇ ਨੇ, ਰੀਤੀ ਰਿਵਾਜ ਅਲੱਗ ਹੈ ਨਾ ਲੋਕਾਂ ਦੇ, ਐਜੂਕੇਸ਼ਨ ਲੋਕ ਕਿੱਦਾਂ ਦੇ ਨੇ, ਉਹਨਾਂ ਦੀ ਐਜੂਕੇਸ਼ਨ ਪੋਲਿਸੀਜ਼ ਜਿਹੜੇ ਬਣਾਈਆਂ ਨੇ ਇੱਕ ਬਿਜ਼ਨਸ ਫਾਰਮ ਨੂੰ ਅਵੇਅਰ ਨੇ ਜਾਂ ਫਿਰ ਨਹੀਂ ਹੈਗੇ, ਕਿਸ ਤਰ੍ਹਾਂ ਦੇ ਉਹ ਪ੍ਰੋਡਕਟ ਲੈ ਰਹੇ ਨੇ, ਰਿਲੀਜਨ ਕੀ ਹੈ, ਉਹਨਾਂ ਦਾ ਐਟੀਟਿਊਡ ਕੀ ਹੈ ਪ੍ਰੋਡਕਟ ਦੇ ਲਈ, ਲੀਗਲ ਸਿਸਟਮ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਵੀ ਸਿਵਲ ਕ੍ਰਾਈਸਿਸ ਵਗੈਰਾ ਹੋ ਗਏ, ਕਮਿਊਨਿਜ਼ਮ, ਇਹਨਾਂ ਚੀਜ਼ਾਂ ਦੇ ਵਿੱਚ ਉਹ ਪਾਰਟੀਸਪੇਟ ਕਰ ਰਹੇ ਨੇ ਜਾਂ ਫਿਰ ਨਹੀਂ ਕਰ ਰਹੇ ਹੈਗੇ। ਤਾਂ ਆਪਣਾ ਕੀ ਸੀ ਕੰਪੋਨੈਂਟਸ ਆਫ ਸੋਸ਼ਲ ਇਨਵਾਇਰਮੈਂਟ। ਨੈਕਸਟ ਕਲਾਸ 'ਚ ਆਪਾਂ ਨੈਕਸਟ ਟੋਪਿਕ ਕਰਾਂਗੇ। ਥੈਂਕ ਯੂ।